परम सत्कारयोग सतगुरां दी साजी निवाजी गुरु रूप प्यारी साध संगत जी, परमात्मा दी बख्शिश दे नाल गुरु दरबार विच पहुँच के सतगुरां दे दर्शन कीते हन। गुरु साहिब जी महाराज जियां दी हर एक मनुखा जिंदगी नूं दर्शनां दी तांघ रहिंदी है। परमात्मा दी असली तस्वीर है परमात्मा दी विचार ते परमात्मा दा जिहड़ा असली रूप है वो है परमात्मा दा ज्ञान। जदों मनुख परमात्मा दी विचारधारा दे नाल जुड़ जांदा है तो समझ लेना कि परमात्मा दी तस्वीर दे नाल ये जुड़ गया। ते जदों मनुख परमात्मा दी तस्वीर दे नाल जुड़ जांदा है ते परमात्मा फिर इसनूं अपने जैसा ही बना लेंदे ने। जैसा परमात्मा आप है वैसा ही इसनूं बना लेंदे ने। परमात्मा दे घर दी विचार गुरु अर्जन देव साहिब जी महाराज कहते सारी दी सारी सृष्टि दा जिहड़ी मूल गल है वो है विचार। सिख होना, जैनी होना, बोधी होना, किसी भी धर्म का होना, ये किहड़ी गल ते खड़ा एक विचार ते। सिक्खी भी एक विचारधारा ते ही खड़ी है। सिक्खी सिखिया गुर विचार नदरी कर्म लंघाए पार। सारी दी सारी जिंदगी एक विचारधारा ते खड़ी है। ज्यों ही मनुख की विचारधारा बदलती है ते कोल खड़े परमात्मा दे नाल ये गल्लां करन वास्ते तैयार नहीं है। ज्यों ही मनुख दे कर्मां दे अनुसार इहदी विचारधारा चंगी बनती है ते फिर ये बहुत सारियां कदमां पुट के फिर भी ये परमात्मा की विचारधारा सुनने वास्ते पहुँचता है। फिर भी ये परमात्मा की विचार सुन नहीं चाहता है। भावें शरीर करके ये नहीं जुड़ सकिया, मन करके ते इहदा मूल रूप दे विच परमात्मा दे नाल ही जुड़िया होया है। ते जिन्हां दा मन परमात्मा दे घर दे विच है, परमात्मा दी विचारधारा दे नाल जुड़ बैठे ने, उन्हां दा तां फिर सतगुरु महाराज जी कहंदे असलीयत परमात्मा दे नाल जुड़ी वो ने। ते परमात्मा दे नाल जिहड़े जुड़े ने गुरु साहिब जी महाराज उन्हां नूं चिंता मुक्त कर दिंदे ने। जिहड़े परमात्मा दी विचारधारा दे नाल जुड़ जांदे उन्हां नूं चिंता मुक्त कर दिंदे ने। चिंता गुरु तेग बहादुर साहिब जी महाराज जियां दे आप जी भोग दे सलोक जिहड़े असीं सरवण करदे हां उहदे विच एक बचन सतगुरां दा पढ़दे हां। चिंता तां की कीजिए जो अनहोनी होए,
ਇਹੋ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਈ। ਹੁਣ ਅਸੀਂ ਇਸ ਸ਼ਬਦ ਦੀ ਵਿਚਾਰਧਾਰਾ ਦੇ ਨਾਲ ਜੁੜ ਬੈਠੇ ਹਾਂ। ਤੋ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਚਿੰਤਤ ਹੀ ਦਿਸੈ ਸਭ ਕੋਇ। ਜਿੰਨੀ ਇਹ ਸਾਰੀ ਦੀ ਸਾਰੀ ਦੁਨੀਆ ਮਨੁੱਖਤਾ ਦੇ ਰੂਪ ਦੇ ਵਿੱਚ, ਇਹਨੂੰ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਅਸੀਂ ਦੇਖ ਰਹੇ ਹਾਂ ਕਿ ਸਾਰੀ ਦੀ ਸਾਰੀ ਦੁਨੀਆ ਚਿੰਤਾ ਦੇ ਵਿੱਚ ਹੈ। ਤੇ ਉਸੇ ਚਿੰਤਾ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਿਆਨ ਕਰਦੇ ਨੇ। ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਏ। ਇੱਕ ਤੇ ਹੋਣੀ ਹੁੰਦੀ ਹੈ, ਇੱਕ ਹੁੰਦੀ ਹੈ ਅਨਹੋਣੀ। ਹੋਣੀ ਕੀ ਹੈ? ਬਚਪਨੇ ਤੋਂ ਜਵਾਨੀ ਆਈ ਹੈ, ਹੋਣੀ ਹੈ, ਆਉਣੀ ਸੀ। ਜਵਾਨੀ ਤੋਂ ਬੁਢੇਪਾ ਆਇਆ ਹੈ, ਆਉਣਾ ਹੀ ਸੀ, ਹੋਣੀ ਜੋ ਹੈ। ਬੁਢੇਪੇ ਤੋਂ ਅੱਗੇ ਕਾਲ ਆਇਆ ਹੈ, ਮੌਤ ਆਈ ਹੈ, ਆਉਣਾ ਹੀ ਸੀ, ਹੋਣੀ ਹੈ। ਇਹ ਸਾਰੀ ਦੀ ਪਰਮਾਤਮਾ ਦੇ ਘਰ ਦੇ ਵਿੱਚ ਕਦੀ ਵੀ ਅਣਹੋਣੀ ਨਹੀਂ ਹੁੰਦੀ। ਜਦ ਵੀ ਹੁੰਦੀ ਹੈ, ਹੋਣੀ ਹੁੰਦੀ ਹੈ। ਹੁਣ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੋ ਪ੍ਰਕਾਰ ਦੀ ਚਿੰਤਾ ਬਿਆਨ ਕਰਦੇ ਨੇ, ਜਿਹਨੂੰ ਗੁਰੂ ਸਾਹਿਬ ਜੀ ਮਹਾਰਾਜ ਨੇ ਕਿਹਾ ਅਣਹੋਣੀ ਹੈ, ਇਹ ਹੋਣੀ ਨਹੀਂ ਹੈ। ਪਰਮਾਤਮਾ ਦੇ ਹੁਕਮ ਦੇ ਵਿੱਚ ਕਦੀ ਵੀ ਅਣਹੋਣੀ ਨਹੀਂ ਹੁੰਦੀ। ਜਦ ਵੀ ਹੁੰਦੀ ਹੈ, ਹੋਣੀ ਹੁੰਦੀ ਹੈ। ਰੱਬੀ ਨਿਯਮ ਨੇ। ਇੱਕ ਤੇ ਮਨੁੱਖ ਨੂੰ ਚਿੰਤਾ ਨੇ ਖਾਧਾ ਹੋਇਆ ਅੰਦਰੋਂ ਕਿ ਇਹ ਪਰਮਾਤਮਾ ਕਦੀ ਵੀ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਬਹੁਤਾ ਵੱਡਾ ਦੁੱਖ ਨਾ ਆਵੇ। ਅੰਦਰੋਂ ਮਨੁੱਖ ਨੂੰ ਤਕਰੀਬਨ ਇਹੀ ਚਿੰਤਾ ਲੱਗੀ ਰਹਿੰਦੀ ਹੈ। ਕਿ ਜੋ ਅੱਜ ਕਿਸੇ ਦੇ ਨਾਲ ਹੋਇਆ ਹੈ, ਇਹ ਕਦੀ ਮੇਰੇ ਨਾਲ ਨਾ ਹੋਵੇ। ਦੂਸਰੀ ਚਿੰਤਾ ਹੈ ਕਿ ਜੋ ਕੁਛ ਪਰਮਾਤਮਾ ਕਿਸੇ ਦੇ ਘਰ ਦੇ ਵਿੱਚ ਪਦਾਰਥ ਹੈ, ਧਨ ਹੈ, ਬੜੇ ਸੁੱਖ ਨੇ, ਉਹ ਸਾਰੇ ਦੇ ਸਾਰੇ ਪਲਟ ਕੇ ਮੇਰੇ ਘਰ ਵਿੱਚ ਆ ਜਾਣ। ਇਹ ਦੋ ਗੱਲਾਂ ਨੇ। ਜਿਹਨੂੰ ਗੁਰਬਾਣੀ ਨੇ ਇਹ ਗੱਲ ਸਿੱਧ ਕੀਤੀ ਹੈ ਕਿ ਇਹਨਾਂ ਦੋ ਪ੍ਰਕਾਰ ਦੀ ਚਿੰਤਾ ਦੇ ਵਿੱਚ ਸਾਰੀ ਦੀ ਸਾਰੀ ਦੁਨੀਆ ਡੁੱਬੀ ਹੋਈ ਹੈ। ਚਿੰਤਤ ਹੀ ਦੀਸੈ ਸਭ ਕੋਇ, ਚੇਤੈ ਏਕ ਤਹੀ ਸੁਖ ਹੋਏ। ਸਾਰੀ ਦੀ ਸਾਰੀ ਦੁਨੀਆ ਜਿਹੜੀ ਹੈ ਇਸੇ ਦੇ ਵਿੱਚ ਹੀ ਦਿਖਾਈ ਦੇ ਰਹੀ ਹੈ। ਜਦੋਂ ਸਾਰੇ ਦੇ ਸਾਰੇ ਇਸੇ ਦੇ ਵਿੱਚ ਦਿਖਾਈ ਦੇ ਰਹੇ ਨੇ, ਤਾਂ ਗੁਰੂ ਸਾਹਿਬ ਜੀ ਮਹਾਰਾਜ ਨੇ ਫਿਰ ਇਹਨਾਂ ਨੂੰ ਕਹਿ ਦਿੱਤਾ ਕਿ ਇਹ ਹੋਣੀ ਨਹੀਂ ਹੈ, ਅਣਹੋਣੀ ਹੈ। ਤੇ ਕੌਣ ਮਨੁੱਖ ਚਾਹੁੰਦਾ ਕਿ ਮੇਰੇ ਨਾਲ ਅਣਹੋਣੀ ਹੋਵੇ, ਅਣਹੋਣੀ ਘਟਨਾ ਘਟੇ? ਕੋਈ ਨਹੀਂ ਚਾਹੁੰਦਾ। ਪਰ ਅੰਦਰੋਂ ਹੀ ਅੰਦਰੋਂ ਮਨੁੱਖ ਨੂੰ ਇਹ ਚਿੰਤਾ ਬਿਲਕੁਲ ਖਾਲੀ ਕਰ ਦਿੰਦੀਆਂ ਨੇ, ਬਿਲਕੁਲ ਖਾਲੀ ਕਰ ਦਿੰਦੀਆਂ ਨੇ। ਤੇ ਜਿਵੇਂ ਜਿਵੇਂ ਮਨੁੱਖ
ਇਹਨਾਂ ਚਿੰਤਾਵਾਂ ਦੇ ਵਿੱਚ ਗ੍ਰਸਿਆ ਜਾਂਦਾ ਹੈ, ਉਵੇਂ ਉਵੇਂ ਇਹ ਚਿੰਤਾ ਐਸੀ ਹੈ ਜਿਹੜੀ ਇਹਨੂੰ ਪਰਮਾਤਮਾ ਦੇ ਨਜ਼ਦੀਕ ਜਾਣ ਹੀ ਨਹੀਂ ਦਿੰਦੀ। ਸਰੀਰ ਕਰਕੇ ਨਹੀਂ, ਮਨੁੱਖ ਦੇ ਆਤਮਿਕ ਤਲ 'ਤੇ ਮਨ ਕਰਕੇ ਇਸ ਨੂੰ ਜਾਣ ਨਹੀਂ ਦਿੰਦੀ। ਇਹ ਚਿੰਤਾ ਲਗਾਤਾਰ ਲੱਗੀ ਰਹਿੰਦੀ ਹੈ। ਬਹੁਤ ਸਾਰੀ ਦੁਨੀਆ ਜਿਹੜੀ ਇਸੇ ਹੀ ਚਿੰਤਾ ਦੇ ਵਿੱਚ ਗ੍ਰਸੀ ਹੋਈ ਪਰਮਾਤਮਾ ਦੇ ਅੱਗੇ ਹੱਥ ਜੋੜ ਕੇ ਨੱਕ ਰਗੜਦੇ ਨੇ। ਇਸ ਘਰ ਦੇ ਵਿੱਚ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਸਪਸ਼ਟੀਕਰਨ ਦੇ ਦਿੱਤਾ ਹੈ ਕਿ ਜੇ ਤੂੰ ਇਹਨਾਂ ਦੋ ਚਿੰਤਾ ਦੇ ਵਿੱਚ ਗ੍ਰਸਿਆ ਹੋਇਆ ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਇਹ ਅਨਹੋਨੀਆਂ ਨੇ। ਦੋਈ ਚਿੰਤਾ ਤਾਕੀ ਕੀਜੀਏ ਜੋ ਅਨਹੋਨੀ ਹੋਏ, ਇਹੋ ਮਾਰਗ ਸੰਸਾਰ ਕੋ ਨਾਨਕ ਤਿਰ ਨਹੀਂ ਕੋਏ। ਸਾਰੇ ਦਾ ਸਾਰਾ ਸੰਸਾਰ ਤਕਰੀਬਨ ਇਸੇ ਮਾਰਗ ਤੇ ਚੱਲਦਾ ਹੈ ਤੇ ਜਿਹੜੇ ਕੋਈ ਹੁੰਦੇ ਨੇ ਰੱਬ ਦੇ ਪਿਆਰੇ, ਉਹਨੂੰ ਤੇ ਫਿਰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਭਗਤਾਂ ਕੀ ਚਾਲ ਨਿਰਾਲੀ, ਵੱਖਰੇ ਹੋ ਜਾਂਦੇ ਨੇ। ਕਿਉਂਕਿ ਨਾ ਤੇ ਉਹ ਲੰਘੇ ਹੋਏ ਸਮੇਂ ਦੀ ਚਿੰਤਾ ਕਰਦੇ ਹੈ ਤੇ ਨਾ ਹੀ ਉਹ ਆਉਣ ਵਾਲੇ ਸਮੇਂ ਦੀ ਚਿੰਤਾ ਦੇ ਵਿੱਚ ਹੁੰਦੇ ਹੈ। ਉਹਨਾਂ ਦੇ ਜਿਹੜਾ ਅੰਤਿਸ਼ਕਰਨ ਹੁੰਦਾ ਹੈ ਉਹਦੇ ਵਿੱਚੋਂ ਇਹ ਚਿੰਤਾ ਬਿਲਕੁਲ ਖਤਮ ਹੋ ਜਾਂਦੀਆਂ ਨੇ। ਸਾਰੇ ਦਾ ਸਾਰਾ ਸੰਸਾਰ ਇਹਨਾਂ ਚਿੰਤਾਵਾਂ ਦੇ ਨਾਲ ਗ੍ਰਸਿਆ ਹੋਇਆ ਹੈ, ਜੋ ਹੋਣੀ ਦੇ ਵਿੱਚ ਨਹੀਂ ਆਉਂਦੀਆਂ, ਅਨਹੋਣੀ ਦੇ ਵਿੱਚ ਆਉਂਦੀਆਂ ਨੇ। ਤੇ ਸਾਰਾ ਸੰਸਾਰ ਇਸੇ ਮਾਰਗ ਤੇ ਜਿਹੜਾ ਹੈ ਉਹ ਚੱਲ ਰਿਹਾ ਹੈ। ਲੰਘੇ ਹੋਏ ਸਮੇਂ ਦੀ ਚਿੰਤਾ, ਆਉਣ ਵਾਲੇ ਸਮੇਂ ਦੀ ਚਿੰਤਾ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਇਹ ਇੱਕ ਐਸੀ ਅਗਨ ਹੈ ਜਿਹਨੇ ਤੇਰੇ ਕੀਤੇ ਹੋਏ ਧਾਰਮਿਕ ਕਰਮ ਸਿਰ ਨੇ ਉਹ ਸਾਰੇ ਦੇ ਸਾਰੇ ਨਾਸ਼ ਕਰ ਦੇਣੇ ਨੇ। ਐਸੀ ਚਿੰਤਾ ਹੈ, ਇਹਨੂੰ ਅਨਹੋਨੀ ਕਹਿੰਦੇ ਨੇ। ਹੋਣੀ ਦੇ ਵਿੱਚ ਕੋਈ ਮਨੁੱਖ ਆ ਕੇ ਨਹੀਂ ਰਾਜੀ। ਜਵਾਨ ਹੈ, ਇਹਨੂੰ ਪਤਾ ਹੈ ਕਿ ਜਵਾਨੀ ਤੋਂ ਬਾਅਦ ਬੁਢੇਪਾ ਆਉਣਾ ਹੈ, ਇਹ ਬੁਢੇਪੇ ਦੇ ਵਿੱਚ ਆ ਕੇ ਰਾਜੀ ਨਹੀਂ ਹੈ। ਬੜੇ ਯਤਨ ਕਰਦਾ ਹੈ ਕਿ ਕਿਵੇਂ ਨਾ ਕਿਵੇਂ ਦੁਨੀਆ ਨੂੰ ਮੇਰਾ ਪਤਾ ਹੀ ਨਾ ਲੱਗੇ ਕਿ ਮੇਰੀ ਉਮਰ ਕਿੱਡੀ ਕੁ ਹੈ। ਬੜੇ ਯਤਨ ਕਰਦੇ ਨੇ, ਕੋਈ ਇੱਕ ਯਤਨ ਨਹੀਂ ਕਰਦੇ, ਬਹੁਤੇ ਯਤਨ ਕੀਤੇ ਜਾਂਦੇ ਨੇ। ਇਸ ਦੀ ਪ੍ਰਥਾ ਹੈ। ਔਰ ਇਸੇ ਜਵਾਨੀ ਤੋਂ ਅੱਗੇ ਆਉਣਾ ਤੇ ਬੁਢੇਪਾ ਹੈ, ਪਰ ਮਨੁੱਖ ਚਾਹੁੰਦਾ ਕਿ ਮੈਂ ਨਹੀਂ ਚਾਹੁੰਦਾ ਮੇਰੇ ਤੇ ਆਵੇ। ਬੁਢੇਪੇ ਤੋਂ ਅੱਗੇ ਕਾਲ ਨੇ ਆਉਣਾ, ਪਤਾ ਹੈ ਮਨੁੱਖ ਨਹੀਂ ਚਾਹੁੰਦਾ ਕਿ ਮੇਰੇ ਤੇ ਆਵੇ। ਖੈਰ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਇਹ ਅਮੋਲਕ ਬਚਨ ਹੈ, ਜਿਹੜੇ ਬਚਨ ਦੇ ਵਿੱਚ ਗੁਰੂ ਸਾਹਿਬ ਜੀ ਮਹਾਰਾਜ ਨੇ ਸਪਸ਼ਟੀਕਰਨ ਦਿੱਤਾ ਹੈ। ਜ਼ਿੰਦਗੀ ਦੀਆਂ ਚਾਰ ਹੀ ਸੱਚਾਈਆਂ ਨੇ। ਦੁੱਖ ਹੈ ਤੇ ਦੁੱਖ ਦਾ ਕੋਈ ਨਾ ਕੋਈ ਕਾਰਨ ਵੀ ਹੈ, ਤੇ ਦੁੱਖ ਤੋਂ ਨਿਵਰਤੀ ਦਾ ਸਾਧਨ ਵੀ ਹੈ। 3 ਚੌਥਾ ਹੈ ਸੁੱਖ। ਜ਼ਿੰਦਗੀ ਦੀਆਂ ਪ੍ਰਬਲ ਸੱਚਾਈਆਂ ਨੇ 4 ਕਿ ਕੋਈ ਨਾ ਕੋਈ ਤੇ ਕਾਰਨ ਹੈ ਜਿਹੜੀ ਮਨੁੱਖ ਨੂੰ ਚਿੰਤਾ ਲੱਗੀ ਹੋਈ ਹੈ, ਤੇ ਇਸੇ ਚਿੰਤਾ ਜਦੋਂ ਲੱਗ ਜਾਂਦੀ ਹੈ, ਇਹ ਚਿੰਤਤ ਹੀ ਦਿਸੈ ਸਭ ਕੋਇ। ਚਿੰਤਾ ਹੀ ਮਨੁੱਖ ਦੇ ਮਾਨਸਿਕ ਰੋਗਾਂ ਨੂੰ ਜਨਮ ਦਿੰਦੀ ਹੈ, ਤੇ ਮਾਨਸਿਕ ਰੋਗ ਫਿਰ ਅਗਾਹਾਂ ਜਾ ਕੇ ਸਰੀਰਕ ਰੋਗ ਨੂੰ ਜਨਮ ਦਿੰਦੇ ਨੇ। ਗੁਰਬਾਣੀ ਇਸ ਤੋਂ ਪਹਿਲਾਂ ਤੇਰੇ ਕੋਈ ਸਰੀਰ ਨੂੰ ਰੋਗ ਲੱਗੇ, ਇਸ ਤੋਂ ਪਹਿਲਾਂ ਤੈਨੂੰ ਮਾਨਸਿਕਤਾ ਦਾ ਕੋਈ ਰੋਗ ਲੱਗੇ, ਸਤਿਗੁਰੂ ਮਹਾਰਾਜ ਜੀ ਉਸ ਦੀ ਜੜ ਹੀ ਕੱਟ ਰਹੇ ਨੇ ਕਿ ਰੋਗ ਲੱਗੇ ਹੀ ਨਾ।
पर जो जो दिसै सो सो रोगी, रोग रहत मेरा सतगुर जोगी। रोगी सब ने, कोई किसे तल ते रोगी है, कोई किसे तल ते रोगी है। रोग तो रहत ते सतगुरु महाराज ने, ਜਿਹੜੇ ਮਨੁੱਖ ਦੇ ਬਿਲਕੁਲ ਜੜ ਤੋਂ ਹੀ ਰੋਗ ਪੈਦਾ ਹੀ ਨਹੀਂ ਹੋਣ ਦਿੰਦੇ। ਚਿੰਤਾ ਦੇ ਵਿੱਚੋਂ ਮਾਨਸਿਕਤਾ ਦਾ ਰੋਗ ਲੱਗਣਾ ਤੇ ਮਾਨਸਿਕਤਾ ਦੇ ਰੋਗ ਦੇ ਵਿੱਚੋਂ ਸਰੀਰਕ ਰੋਗ ਲੱਗਣੇ ਨੇ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਭੋਗ ਦੇ ਸ਼ਲੋਕ ਵਿੱਚ ਕਹਿ ਰਹੇ ਨੇ, ਚਿੰਤਾ ਕਰ ਹੀ ਨਾ। ਜਿੰਨਾ ਕੁਛ ਤੋਂ ਚਿੰਤਾ ਦੇ ਵਿੱਚ ਕਰ ਰਿਹਾ ਨਾ, ਇਹ ਸਭ ਦੀ ਸਭ ਅਣਹੋਣੀ ਹੈ, ਹੋਣੀ ਨਹੀਂ ਹੈ। ਹੋਣੀ ਤਾਂ ਉਹ ਹੈ ਜੋ ਪਰਮਾਤਮਾ ਦੇ ਹੁਕਮ ਦੇ ਵਿੱਚ ਹੋਣਾ ਹੈ, ਤੇ ਜੋ ਪਰਮਾਤਮਾ ਦੇ ਹੁਕਮ ਦੇ ਵਿੱਚ ਹੋਣਾ ਹੈ ਉਹ ਹੋ ਕੇ ਹੀ ਰਹਿਣਾ ਹੈ। ਉਹਨੂੰ ਤੂੰ ਟਾਲ ਵੀ ਨਹੀਂ ਸਕਦਾ, ਉਹਨੂੰ ਟਾਲਿਆ ਵੀ ਨਹੀਂ ਜਾ ਸਕਦਾ, ਕਿਉਂਕਿ ਜੋ ਕੁਛ ਪਰਮਾਤਮਾ ਨੇ ਦੇਣਾ ਹੈ ਉਹ ਦੇਣਾ ਹੈ, ਜੋ ਨਹੀਂ ਦੇਣਾ ਉਹ ਨਹੀਂ ਦੇਣਾ। ਜੋ ਕੁਛ ਪਰਮਾਤਮਾ ਨੇ ਤੈਨੂੰ ਦੇਣਾ ਹੈ ਦੇਣਾ ਹੈ। ਬੱਚੇ ਨੂੰ ਕਿਹਾ ਸੀ ਤੈਨੂੰ ਬਚਪਨਾ ਦੇਣਾ ਸੀ, ਦੇ ਦਿੱਤਾ। ਹੁਣ ਤੈਨੂੰ ਜਵਾਨੀ ਦੇਣੀ ਹੈ, ਦਿੱਤੀ ਹੈ। ਸਭ ਕੁਛ ਦੇਣਾ ਹੈ। ਜੋ ਦੇਣਾ ਹੈ ਉਹ ਦੇਣਾ ਹੈ, ਜੋ ਨਹੀਂ ਦੇਣਾ ਉਹ ਨਹੀਂ ਦੇਣਾ। ਜਦੋਂ ਦੇਣਾ ਪਰਮਾਤਮਾ ਨੇ ਦੇ ਦੇਣਾ ਹੈ, ਜੋ ਨਹੀਂ ਦੇਣਾ ਉਹ ਦੇਣਾ ਨਹੀਂ ਹੈ। ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਤੂੰ ਕਿਹੜੀ ਗੱਲ ਦੀ ਚਿੰਤਾ ਕਰੀ ਜਾਂਦਾ, ਕਿਹੜੀ ਗੱਲ ਦੀ ਤੂੰ ਚਿੰਤਾ ਕਰੀ ਜਾਂਦਾ? ਐਨੇ ਆਪਣੀ ਜ਼ਿੰਦਗੀ ਨੂੰ ਕਿਉਂ ਤੂੰ ਅੰਦਰੋਂ ਅੰਦਰ ਹੀ ਰੋਗੀ ਬਣਾਈ ਜਾਂਦਾ? ਸਰੀਰ ਦੇ ਵਿੱਚ ਰੋਗ ਹੈ ਤਾਂ ਮਨ ਦੇ ਵਿੱਚ ਸੋਗ ਹੈ। ਸੋਗੀ ਅਤੇ ਰੋਗੀ, ਸੋਗ ਦੇ ਵਿੱਚੋਂ ਹੀ ਸਰੀਰ ਦੇ ਰੋਗ ਜਨਮ ਲੈਂਦੇ ਨੇ। ਜੇ ਕੋਈ ਮਨੁੱਖ ਮੰਨ ਲਵੇ ਕਿ ਮੈਨੂੰ ਸਰੀਰ ਨੂੰ ਰੋਗ ਲੱਗਿਆ ਹੈ, ਇਹ ਹੁਣ ਠੀਕ ਨਹੀਂ ਹੋਵੇਗਾ, ਨਹੀਂ ਠੀਕ ਹੁੰਦਾ। ਜੇ ਕੋਈ ਮਨ ਮੰਨੇ ਹੀ ਨਾ, ਕਹਦੇ ਸਰੀਰ ਨੂੰ ਰੋਗ ਹੈ, ਕੀ ਗੱਲ ਹੈ, ਕੋਈ ਗੱਲ ਨਹੀਂ, ਨਹੀਂ ਮੰਨਦਾ ਤੇ ਨਹੀਂ ਹੈ, ਖਤਮ ਹੋ ਜਾਂਦਾ ਰੋਗ। ਤੋ ਜਿਹੜੇ ਸਰੀਰ ਦੇ ਰੋਗ ਨੇ ਉਹਨਾਂ ਦੀ ਜਿਹੜੀ ਜੜ ਹੈ ਉਹ ਮਨ ਵਿੱਚ ਪਈ ਹੈ, ਮਾਨਸਿਕ ਤਲ ਤੇ ਉੱਥੇ ਵੀ ਸੋਗ ਹੈ ਜਿਹਦੇ ਵਿੱਚੋਂ ਸਰੀਰਕ ਰੋਗ ਜਨਮ ਲੈਂਦੇ ਨੇ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਮਨ ਹੀ, ਜਿਹੜਾ ਤੇਰਾ ਮਨ ਹੈ ਜਿਹਦੇ ਵਿੱਚੋਂ ਸੋਗ ਪੈਦਾ ਹੁੰਦੇ ਨੇ, ਅਗਾਹਾਂ ਜਾ ਕੇ ਰੋਗ ਪੈਦਾ ਹੁੰਦੇ ਨੇ, ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਤੂੰ ਆਪਣੇ ਮਨ ਨੂੰ ਹੀ ਪਰਮਾਤਮਾ ਦੇ ਨਾਲ ਜੋੜ ਦੇ, ਨਾ ਸੋਗ ਲੱਗਣਗੇ ਨਾ ਰੋਗ ਲੱਗਣਗੇ। ਮਨ ਹੀ ਪਰਮਾਤਮਾ ਦੇ ਨਾਲ ਜੋੜ ਦੇ। ਤਾਂ ਮਨ ਨੂੰ ਜੋੜਨ ਵਾਸਤੇ ਕਿਸੇ ਰਸਤੇ ਦੀ ਲੋੜ ਨਹੀਂ ਪੈਂਦੀ। ਮਨ ਨੂੰ ਜੋੜਨ ਵਾਸਤੇ ਬਹੁਤੇ ਇਸ਼ਨਾਨ ਕਰਨ ਦੀ, ਚੰਗੇ ਕੱਪੜੇ ਦੀ ਲੋੜ ਵੀ ਨਹੀਂ ਪੈਂਦੀ। ਮਨ ਨੂੰ ਜੋੜਨ ਵਾਸਤੇ ਕੋਈ ਸਫ਼ਰ ਵੀ ਤੈਅ ਨਹੀਂ ਕਰਨਾ ਪੈਂਦਾ, ਕਿਉਂਕਿ ਇੱਕ ਸੈਂਕੜ ਦੇ ਵਿੱਚ ਮਨ ਕਰੋੜਾਂ ਮੀਲ ਤੈਅ ਕਰ ਦਿੰਦਾ ਹੈ। ਇਹਨੂੰ ਕੋਈ ਰਸਤੇ ਦੀ ਲੋੜ ਨਹੀਂ ਹੈ, ਕੋਈ ਇਹਨੂੰ ਸਾਧਨ ਦੀ ਲੋੜ ਨਹੀਂ। ਇਹਨੂੰ ਹੀ ਜੋੜ ਪਰਮਾਤਮਾ ਦੇ ਨਾਲ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਜੇ ਕਿਤੇ ਸਾਰੀ ਦੀ ਸਾਰੀ ਜ਼ਿੰਦਗੀ ਸਰੀਰ ਨੂੰ ਜੋੜਦਾ ਰਿਹਾ ਤੇ ਸਰੀਰ ਦੇ ਘਰ ਦਾ ਪਤਾ ਕਰ ਲੈ ਕਿ ਸਰੀਰ ਨੇ ਰੁਕਣਾ ਕਿੱਥੇ ਜਾ ਕੇ। ਸਰੀਰ ਦਾ ਘਰ ਪਰਮਾਤਮਾ ਦਾ ਘਰ ਨਹੀਂ, ਮਨ ਦਾ ਘਰ ਪਰਮਾਤਮਾ ਦਾ ਘਰ ਹੈ। ਇਸ ਤੋਂ ਪਹਿਲਾਂ ਸਰੀਰ ਆਪਣੇ ਘਰ ਦੇ ਵਿੱਚ ਪਹੁੰਚੇ, ਤੇਰਾ ਮਨ ਪਰਮਾਤਮਾ ਦੇ ਘਰ ਤੱਕ ਪਹੁੰਚਦਾ ਹੋ ਸਕੇ। ਇਸ ਨੂੰ ਉੱਥੇ ਪਹੁੰਚਦਾ ਕਰ ਦੇ ਤਾਂ ਕਿ ਤੇਰਾ ਆਇਆ ਹੋਇਆ ਜਿਹੜਾ ਇਹ ਸਫਲਾ ਮੰਨੇ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਏ। ਇਹਨੂੰ ਅਣਹੋਣੀ ਚਿੰਤਾ ਗੁਰੂ ਸਾਹਿਬ ਜੀ ਮਹਾਰਾਜ ਕਹਿ ਰਹੇ ਨੇ ਕਿ ਤੂੰ ਐਵੇਂ ਨਾ ਚਿੰਤਾ ਕਰਿਆ ਕਰ ਕਿ ਅੱਜ ਤੱਕ ਕੀ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ ਹੈ। ਹਾਂ, ਜੇ ਤੂੰ ਪਰਮਾਤਮਾ ਦੇ ਨਾਲ ਜੁੜ ਬੈਠਣਾ ਹੈ ਤੇ ਫਿਰ ਤੂੰ ਇਹਦੀ ਵਿਚਾਰਧਾਰਾ ਜ਼ਰੂਰ ਪਰਮਾਤਮਾ ਦੀ ਆਪਣੇ ਕੋਲ ਰੱਖਿਆ ਕਰ। ਤੇ ਜਿਨ੍ਹਾਂ ਦੇ ਕੋਲ ਪਰਮਾਤਮਾ ਦੀ ਵਿਚਾਰਧਾਰਾ ਹੈਗੀ ਹੈ
ਉਹਨੂੰ ਕਿ ਗੁਰੂ ਸਾਹਿਬ ਜੀ ਮਹਾਰਾਜ ਉਹਨੂੰ ਕਿਰਤ ਕਰਨੀ ਵੀ ਸਿਖਾ ਦਿੰਦੇ ਨੇ, ਉਹਨੂੰ ਵੰਡ ਕੇ ਖਾਣਾ ਵੀ ਸਿਖਾਉਂਦੇ ਨੇ ਕਿ ਤੂੰ ਵੰਡ ਕੇ ਕਿਵੇਂ ਖਾਣਾ ਹੈ। ਨਾਮ ਜਪਣਾ, ਸਮਾਜ ਦੇ ਵਿੱਚ ਵਿਚਰਨਾ, ਇਹ ਸਾਰਾ ਕੁਛ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਗੁਰਬਾਣੀ ਉਸ ਨੂੰ ਸਮਝਾ ਦਿੰਦੀ ਹੈ। ਪਰ ਕੇਵਲ ਤੇ ਕੇਵਲ ਮਨੁੱਖ ਪਰਮਾਤਮਾ ਦੇ ਨਾਲ ਜੁੜੇ, ਅਗਰਵਾਈਜ਼ ਜੇ ਗੁਰੂ ਦੇ ਸ਼ਬਦ ਨੂੰ ਛੱਡ ਕੇ ਕਿਸੇ ਹੋਰ ਦੇ ਨਾਲ ਜੁੜ ਬੈਠਦਾ ਹੈ ਤਾਂ ਜ਼ਿੰਦਗੀ ਦੇ ਵਿੱਚ ਕੋਈ ਬਹੁਤੀਆਂ ਪ੍ਰਬਲ ਸੱਚਾਈਆਂ ਨਹੀਂ ਪੇਸ਼ ਹੋਣੀਆਂ ਤੇਰੀ। ਫਿਰ ਤੇ ਜਿਹੜੀ ਚਿੰਤਾ ਦੇ ਵਿੱਚੋਂ, ਚਿੰਤਾ ਤੋਂ ਮੁਕਤ ਹੋਣ ਵਾਸਤੇ ਪਰਮਾਤਮਾ ਦੇ ਘਰ ਦੇ ਵਿੱਚ ਆਇਆ ਸੀ, ਇਹੀ ਚਿੰਤਾ ਤੈਨੂੰ ਇਸੇ ਜਗ੍ਹਾ ਤੋਂ ਵੀ ਮਿਲ ਜਾਣੀ ਹੈ। ਤੇਰੇ ਘਰ ਦੇ ਵਿੱਚ ਤੇ ਕੋਈ 2-4 ਜਾਣੇ ਹੋਣਗੇ ਚਿੰਤਾ ਕਰਨ ਵਾਲੇ। ਅਗਾਹਾਂ ਜਾ ਕੇ ਜਿੱਥੇ ਤੂੰ ਗੱਲਾਂ ਕਰਦਾ, ਜੋ ਕੁਛ ਕਰਦਾ ਅਗਾਹਾਂ ਤੇ ਤੈਨੂੰ ਬਹੁਤੇ ਸਾਰੇ ਮਿਲ ਜਾਣੇ ਨੇ। ਚਿੰਤਾ ਹੋਰ ਵੱਧ ਜਾਣੀ ਹੈ। ਚਿੰਤਾ ਜਿਵੇਂ ਜਿਵੇਂ ਤੇਰੀ ਜ਼ਿੰਦਗੀ ਦੇ ਅੰਦਰ ਵੱਧਦੀ ਜਾਊਗੀ, ਉਵੇਂ ਉਵੇਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਤੇਰੀ ਅੰਦਰ ਦੀ ਜ਼ਿੰਦਗੀ ਖਤਮ ਹੁੰਦੀ ਤੁਰੀ ਜਾਊਗੀ। ਜਿਵੇਂ ਜਿਵੇਂ ਬਾਹਰ, ਇੰਝ ਕਹਿ ਲਓ ਕਿ ਜਿਵੇਂ ਜਿਵੇਂ ਅਸੀਂ ਆਪਣੇ ਘਰ ਤੋਂ ਦੂਰ ਆਉਂਦੇ ਤੁਰੇ ਜਾਂਦੇ ਹਾਂ ਤੇ ਸਾਡਾ ਘਰ ਜਿਹੜਾ ਬਹੁਤ ਪਿੱਛੇ ਰਹਿੰਦਾ ਜਾ ਰਿਹਾ ਹੈ। ਜਿਵੇਂ ਜਿਵੇਂ ਮਨੁੱਖ ਦੇ ਅੰਦਰ ਚਿੰਤਾ ਵੱਧਦੀ ਤੁਰੀ ਜਾਂਦੀ ਹੈ, ਉਵੇਂ ਉਵੇਂ ਜਿਹੜਾ ਮਨੁੱਖ ਹੈ ਇਹ ਪਰਮਾਤਮਾ ਤੋਂ ਬੜਾ, ਸੱਚਾਈ ਤੋਂ ਬੜਾ ਦੂਰ ਜਾਂਦਾ ਜਾ ਰਿਹਾ। ਅੱਜ ਇਹ ਪਰਮਾਤਮਾ ਦੇ ਘਰ ਦੀ ਸੱਚਾਈ ਤੋਂ ਇੰਨਾ ਦੂਰ ਜਾ ਚੁੱਕਿਆ ਹੈ, ਇੰਨਾ ਦੂਰ ਜਾ ਚੁੱਕਿਆ ਕਿ ਹੁਣ ਇਸ ਦੀ ਬਾਂਹ ਪਕੜ ਕੇ ਇਹਨੂੰ ਵਾਪਸ ਲਿਆਉਣਾ ਬੜਾ ਔਖਾ ਹੋਇਆ ਪਿਆ ਹੈ। ਤੋ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਨੀ ਹੋਏ। ਇਹਨੂੰ ਅਨਹੋਨੀ ਕਹਿੰਦੇ ਨੇ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਜੋ ਹੋਣਾ ਉਹ ਹੋਣਾ, ਜੋ ਨਹੀਂ ਹੋਣਾ ਉਹ ਨਹੀਂ ਹੋਣਾ। ਤੂੰ ਕਿਉਂ ਚਿੰਤਾ ਕਰਦਾ ਹੈ? ਇਹੀ ਚਿੰਤਾ ਜਿਹੜੀ ਹੈ ਤੇਰੀ ਜ਼ਿੰਦਗੀ ਨੂੰ ਅੰਦਰੋਂ ਇਹਨੇ ਤੇਰੇ ਧਾਰਮਿਕ ਕਰਮ ਜਿਹੜੇ ਸਾਰੇ ਦੇ ਸਾਰੇ ਨਾਸ ਕਰ ਦੇਣੇ ਨੇ, ਖਤਮ ਕਰ ਦੇਣੇ ਨੇ। ਬਹੁਤੀਆਂ ਜ਼ਿੰਦਗੀਆਂ ਹੈਗੀਆਂ ਨੇ ਇਹੋ ਜਿਹੀਆਂ ਜਿਨ੍ਹਾਂ ਦੇ ਕੋਲ ਭਾਵੇਂ ਆਪੋ ਆਪਣੇ ਧਰਮ ਦਾ ਬੜਾ ਕੁਛ ਹੈਗਾ, ਜ਼ਿੰਦਗੀ ਦੇ ਵਿੱਚ ਧਰਮ ਦੇ ਚਿੰਨ੍ਹ ਬੜੇ ਨੇ, ਬੜੇ ਪ੍ਰਬਲ ਰੂਪ ਦੇ ਵਿੱਚ ਪਾਏ ਹੋਏ ਨੇ ਧਰਮ ਦੇ ਚਿੰਨ੍ਹ, ਪਰ ਅੰਦਰੋਂ ਜਿਹੜੇ ਨੇ ਉਹ ਬਿਲਕੁਲ ਆਪਣੇ ਧਰਮ ਤੋਂ ਹੀ ਨੇ। ਧਰਮ ਦੇ ਅਰਥ ਨੇ, ਕੋਈ ਵੀ ਧਰਮ ਹੈ, ਧਰਮ ਦੇ ਅਰਥ ਨੇ ਸੰਤੁਸ਼ਟੀ, ਤੇ ਸੰਤੁਸ਼ਟ ਤੇ ਮਨੁੱਖ ਹੈ ਹੀ ਨਹੀਂ ਕਿਸੇ ਗੱਲ ਤੋਂ। ਨਾ ਇਹ ਦੁਨੀਆ ਤੋਂ ਸੰਤੁਸ਼ਟ ਹੈ, ਨਾ ਇਹ ਸ੍ਰਿਸ਼ਟੀ ਤੋਂ ਸੰਤੁਸ਼ਟ ਹੈ, ਨਾ ਇਹ ਨਗਰ ਖੇੜੇ ਸ਼ਹਿਰ ਕਸਬੇ ਤੋਂ ਸੰਤੁਸ਼ਟ ਹੈ, ਨਾ ਇਹ ਧਾਰਮਿਕ ਸਥਾਨਾਂ ਤੋਂ ਸੰਤੁਸ਼ਟ ਹੈ। ਹਰ ਕਿਸੇ ਜਗ੍ਹਾ ਤੇ ਸੰਤੁਸ਼ਟ ਨਹੀਂ ਹੈ। ਤਾਂ ਧਰਮੀ ਕਿਹੜੇ ਹਿਸਾਬ ਦੇ ਨਾਲ ਹੋਇਆ? ਤਾਂ ਧਰਮ ਦੇ ਅਰਥ ਨੇ ਸੰਤੁਸ਼ਟ, ਤੇ ਸੰਤੁਸ਼ਟ ਮਨੁੱਖ ਹੈ ਨਹੀਂ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਇਹ ਜਿੰਨੇ ਤੇਰੇ ਧਾਰਮਿਕ ਕਰਮ ਨੇ ਨਾ, ਜਿੰਨੇ ਤੂੰ ਕਰਦਾ ਹੈ, ਇਹ ਸਾਰੇ ਦੇ ਸਾਰੇ ਅੰਦਰੋਂ ਇਹਨਾਂ ਚਿੰਤਾ ਨੇ ਖਤਮ ਕਰ ਦੇਣੇ ਨੇ। तो फिर करिए की, करिए की? जे चिंता ना करिए आने वाले समय की तो फिर की करिए? गुरु साहिब जी महाराज कहते तू एको ही कर्म करया कर, तू परमात्मा का नाम जपया कर, ते परमात्मा का जिन्हां ने नाम अज तक जपया है तो आपे हिसाब ला ला, उन्हां दे काम भी परमात्मा खुद करता रहा कि नाम जपिया कर। नाम दे विचों जिहड़ा है जो रस तैनूं मिलना है वो दुनिया के किसी होर कोने तो नहीं, क्योंकि दुनिया दे विच जिन्ने करोड़ां तरह के रस ने, ये सारे दे सारे रस फिक्के पै जाते हैं। समय समय के मुताबिक ये रस ने जिहड़े मनुख नूं रस इन्हां दा आनंद लैंदा है, ते समय के मुताबिक सब रस जिहड़े ने वो फिक्के पै जाते हैं। एको ही नाम रस है जिहड़ा कदे फिक्का नहीं पैंदा। रस किहड़े है? बच्चों ने अनेकों तरह के पदार्थ पाए, शरीर के अंदर पाए ने पदार्थ रस ने, अनेकों तरह के वस्त्र पाए ने रस ने। रस सोयना रस रूपा कामण रस परमल की वास,
रस घोड़े रस सेजा मंदर रठ मीठा रस मास। किन्ने प्रकार के रस ने दुनिया ते, करोड़ां तरह के रस ने। कपड़ियां दा रस है, सोने दा रस है, खाण दा रस है, पीण दा रस है, स्पर्श करन दा रस है, नासका दी सुगंध दा कोई रस है, वखो वखरे रस ने। पर ये सारे दे सारे रस जिहड़े ने फिक्के पै जांदे ने। बच्चे नूं बड़े चंगे लगदे ने, चंगे कपड़े पाउणे, चंगा खाना, भजना दौड़ना बच्चे नूं चंगा लगदा है, रस है। एक जवान नूं ਉਹਦੀ जवानी ਦੇ ਵਿੱਚ रस ਆਉਂਦਾ ਹੈ, ਭੱਜਣ ਦੇ ਵਿੱਚ रस ਆਉਂਦਾ ਹੈ, ਦੌੜਨ ਦੇ ਵਿੱਚ, ਛਾਲਾਂ ਮਾਰਨ ਦੇ ਵਿੱਚ, ਚੰਗੇ ਕੱਪੜੇ ਪਾਉਣ ਦੇ ਵਿੱਚ, ਚੰਗਾ ਖਾਣ ਦੇ ਵਿੱਚ, ਚੰਗਾ ਦੇਖਣ ਦੇ ਵਿੱਚ ਉਹਨੂੰ ਰਸ ਆਉਂਦਾ ਹੈ। ਪਰ ਇਹ ਸਾਰੇ ਦੇ ਸਾਰੇ ਰਸ ਬੁਢੇਪੇ 'ਚ ਜਾ ਕੇ ਫਿੱਕੇ ਪੈ ਜਾਂਦੇ ਨੇ। ਕੋਲ ਕੱਪੜੇ ਪਏ ਹੁੰਦੇ ਨੇ, ਸੋਹਣੇ ਸੁਨੱਖੇ ਨਹੀਂ ਪਾਉਂਦਾ। ਖਾਣ ਪੀਣ ਨੂੰ ਅਨੇਕਾਂ ਪਦਾਰਥ ਪਏ ਹੁੰਦੇ ਨੇ, ਨਹੀਂ ਖਾਂਦਾ। ਭੱਜ ਦੌੜ ਤੇ ਇਸ ਤੋਂ ਹੋਣੀ ਕਿੱਥੇ ਹੈ। ਤੋ ਜਿੰਨੇ ਇਹਦੇ ਰਸ ਨੇ, ਇਹ ਸਾਰੇ ਦੇ ਸਾਰੇ ਸਮੇਂ ਮੁਤਾਬਕ ਰਸ ਜਿਹੜੇ ਨੇ ਉਹ ਫਿੱਕੇ ਪੈ ਜਾਂਦੇ ਨੇ। ਇੱਕੋ ਰਸ ਹੈ ਪਰਮਾਤਮਾ ਦੇ ਨਾਮ ਦਾ, ਇੱਕੋ ਰਸ ਜਿਹੜਾ ਕਿਸੇ ਵੀ ਕੀਮਤ 'ਤੇ ਕਦੇ ਵੀ ਜ਼ਿੰਦਗੀ ਦੇ ਕਿਸੇ ਕੋਨੇ ਦੇ ਵਿੱਚ ਜਾ ਕੇ ਫਿੱਕਾ ਨਹੀਂ ਪੈਂਦਾ। ਜਿਵੇਂ ਜਿਵੇਂ ਜਪਦਾ ਜਾਵੇਗਾ, ਜਿਵੇਂ ਜਿਵੇਂ ਜਪਦਾ ਜਾਵੇਗਾ, ਉਵੇਂ ਉਵੇਂ ਤੇਰੀ ਜ਼ਿੰਦਗੀ ਦੇ ਵਿੱਚ ਰਸ ਵੱਧਦਾ ਤੁਰਿਆ ਜਾਣਾ ਹੈ, ਉਵੇਂ ਉਵੇਂ ਰਸ ਵੱਧਦਾ ਤੁਰਿਆ ਜਾਣਾ ਹੈ। ਅਤੇ ਜਿਵੇਂ ਜਿਵੇਂ ਜ਼ਿੰਦਗੀ ਦੇ ਵਿੱਚ ਰਸ ਵਧਣਾ ਹੈ, ਉਵੇਂ ਉਵੇਂ ਜ਼ਿੰਦਗੀ ਜਿਹੜੀ ਹੈ ਇਹ ਆਨੰਦਮਈ ਬਣਦੀ ਤੁਰੀ ਜਾਣੀ ਹੈ, ਆਨੰਦਮਈ। ਉਵੇਂ ਉਵੇਂ ਜ਼ਿੰਦਗੀ ਜਿਹੜੀ ਹੈ ਇਹ ਤੇਰੀ ਆਨੰਦਮਈ ਬਣਦੀ ਤੁਰੀ ਜਾਣੀ ਹੈ। ਤੋ ਇਸ ਜ਼ਿੰਦਗੀ ਨੂੰ ਆਨੰਦਮਈ ਬਣਾਉਣਾ ਹੈ ਜਾਂ ਇਸੇ ਜ਼ਿੰਦਗੀ ਨੂੰ ਚਿੰਤਾ ਦੇ ਵਿੱਚ ਲਿਜਾ ਕੇ ਰੋਗੀ ਅਤੇ ਸੋਗੀ ਬਣਾਉਣਾ, ਇਹ ਹੁਣ ਮਰਜ਼ੀ ਤੇਰੇ 'ਤੇ ਖੜੀ ਹੈ। ਜਿਹੜੀ ਗੱਲ ਮਨੁੱਖ ਦੇ ਹੱਥ ਦੇ ਵਿੱਚ ਹੈ। ਉਂਝ ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਜਪਜੀ ਸਾਹਿਬ ਦੇ ਅੰਦਰ, ਜੰਮਣਾ ਜੀਵਣਾ ਅਤੇ ਮਰਨਾ ਤੇਰੇ ਹੱਥ ਦੇ ਵਿੱਚ ਨਹੀਂ ਹੈ, ਨਹੀਂ ਤੇਰੇ ਹੱਥ ਵਿੱਚ। ਪਰ ਫਿਰ ਵੀ ਤੂੰ ਕਿੰਨੇ ਪ੍ਰਕਾਰ ਦੇ ਚਿੰਤਾ ਤੈਨੂੰ ਚੁੰਬੜੀ ਹੋਈ ਹੈ, ਇਹ ਤੇਰੇ ਆਪਣੇ ਹੱਥ ਦੇ ਵਿੱਚ ਹੈ ਕਿ ਤੂੰ ਚਿੰਤਾ ਕਰਕੇ ਮਨ ਨੂੰ ਸੋਗੀ ਕਰਨਾ ਚਾਹੁੰਦਾ ਅਤੇ ਸਰੀਰ ਨੂੰ ਰੋਗੀ ਕਰਨਾ ਚਾਹੁੰਦਾ। ਸਰੀਰ ਦੇ ਵਿੱਚ ਕਰੋੜਾਂ ਤਰ੍ਹਾਂ ਦੇ ਰੋਗ ਇਹੋ ਜਿਹੇ ਨੇ ਜਿਨ੍ਹਾਂ ਦੀ ਜੜ ਮਨ ਵਿੱਚ ਪਈ ਹੁੰਦੀ ਹੈ। ਡਾਕਟਰ ਵੈਦ ਹਕੀਮ ਕਹਿੰਦੇ ਨੇ ਅਕਸਰ ਇਹ ਗੱਲਾਂ, ਵੈਦ ਹਕੀਮ ਕਹਿੰਦੇ ਨੇ। ਇਹ ਤਾਂ ਦੁਨੀਆਦਾਰੀ ਦੇ ਵਿੱਚ ਆਮ ਗੱਲ ਹੈ ਕਿ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਜੋ ਸਾਨੂੰ ਹੁਕਮ ਕੀਤਾ ਹੈ ਕਿ ਬਹੁਤੇ ਸਰੀਰ ਦੇ ਰੋਗਾਂ ਦੀ ਜੜ ਤੇਰੇ ਮਨ ਦੇ ਵਿੱਚ ਪਈ ਹੈ। 5 ਤਰ੍ਹਾਂ ਦਾ ਪ੍ਰਮਾਤਮਾ ਨੇ ਜਿਹੜਾ ਸਾਨੂੰ ਜੀਵਨ ਬਖਸ਼ਿਆ, ਤਾਂ 5 ਤਰ੍ਹਾਂ ਦਾ ਜੀਵਨ ਪੜ੍ਹਨ ਵਾਸਤੇ 5 ਤਰ੍ਹਾਂ ਦੇ ਜੀਵਨ ਦੇ ਗੁਣ ਕੀ ਨੇ, 5 ਤਰ੍ਹਾਂ ਦੇ ਜੀਵਨ ਦੇ ਅਵਗੁਣ ਕੀ ਨੇ, 5 ਤਰ੍ਹਾਂ ਦੇ ਜੀਵਨ ਦੀਆਂ ਖੁਰਾਕਾਂ ਕੀ ਨੇ, 5 ਤਰ੍ਹਾਂ ਦੇ ਜੀਵਨ ਦੇ ਵਿੱਚੋਂ ਕਿਹੜਾ ਰੱਜ ਕੇ ਖਾ ਰਿਹਾ, ਕਿਹੜਾ ਭੁੱਖਾ ਮਰ ਰਿਹਾ, ਸਾਰਾ ਕੁਛ ਤੇ ਜਪਜੀ ਸਾਹਿਬ ਦੇ ਵਿੱਚ ਅਥਾਹ ਖਜ਼ਾਨਾ ਤੇ ਸਾਡੇ ਕੋਲ ਹੈ। ਅਸੀਂ ਕਿਹੜਾ ਕਿਸੇ ਤੋਂ ਕੁਛ ਲੈਣ ਜਾਣਾ ਹੈ, ਸਾਡੇ ਕੋਲ ਤੇ ਬੜਾ ਪਰਵਲ ਖਜ਼ਾਨਾ ਹੈ ਪਰਮਾਤਮਾ ਦੇ ਘਰ ਦਾ। ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਇਹ ਗੱਲ ਹੁਣ ਤੇਰੇ ਤੇ ਖੜੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਸਪਸ਼ਟੀਕਰਨ ਦੇ ਦਿੱਤਾ ਹੈ, ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ। ਜੇ ਤੂੰ ਇਹ ਅਨਹੋਨੀ ਚਿੰਤਾ ਕਰੇਗਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਤੇਰੇ ਮਨ ਵਿੱਚ ਸੋਗ ਵੀ ਪੈਦਾ ਹੋਣਗੇ ਤੇ ਉਹਨਾਂ ਸੋਗਾਂ ਦੇ ਵਿੱਚੋਂ ਸਰੀਰ ਦੇ ਵਿੱਚ ਰੋਗ ਵੀ ਪੈਦਾ ਹੋਣਗੇ। ਚੇਤੇ ਰੱਖੀ, ਜੋ ਤੈਨੂੰ ਮਿਲਣਾ ਉਹ ਮਿਲ ਜਾਣਾ ਹੈ। ਇਸੇ ਲਈ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਤੂੰ ਚਿੰਤਾ ਨੂੰ ਇੱਕ ਪਾਸੇ ਕਰ ਦੇ, ਨਹੀਂ ਤੇ ਸਾਰੇ ਦਾ ਸਾਰਾ ਸੰਸਾਰ ਇਸੇ ਚਿੰਤਾ ਦੇ ਵਿੱਚ, ਚਿੰਤਤ ਹੀ ਦਿਸੈ ਸਭ ਕੋਈ। ਸਾਰੇ ਦੇ ਸਾਰੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਦਿਸਦੇ ਨੇ ਕਿ ਸਭ ਦੇ ਸਭ ਚਿੰਤਾ ਦੇ ਵਿੱਚ ਨੇ, ਸਭ ਦੇ ਸਭ। ਲੰਘੇ ਹੋਏ ਸਮੇਂ ਦੀ ਚਿੰਤਾ, ਆਉਣ ਵਾਲੇ ਸਮੇਂ ਦੀ ਚਿੰਤਾ, ਜਿਹਨੂੰ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਅਨਹੋਨੀ ਕਰਾਰ ਦਿੱਤਾ ਹੈ। ਤੇ ਮਨੁੱਖ ਕਿਹੜਾ ਚਾਹੁੰਦਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਅਨਹੋਨੀ ਹੋਵੇ? ਤੇ ਜੇ ਨਹੀਂ ਚਾਹੁੰਦੇ ਤੇ ਫਿਰ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਤੂੰ ਹੋਣੀ ਦੇ ਵਿੱਚ ਆ ਜਾ। ਤੇ ਹੋਣੀ ਇਹ ਹੈ, ਗੁਰੂ ਨਾਨਕ ਮਹਾਰਾਜ ਕਹਿੰਦੇ ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੌਤ ਨਾ ਜਾਣਾ। ਹੋਣੀ ਇਹ ਹੈ ਕਿ ਉਸੇ ਦੀ ਆਸ ਰੱਖ ਜਿਹੜਾ ਤੇਰੇ ਮੁਖੜੇ ਦੇ ਵਿੱਚ ਦਮ ਹੈ। ਇਹ ਤੇ ਹੋਣੀ ਹੈ
जो होना है वो होना है, जो नहीं होना वो नहीं होना। नानक चिंता मत करो, चिंता तिस ही है, जल में जी ओ पाए कै। ਇਹ ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਤੂੰ ਕਿਉਂ ਚਿੰਤਾ ਕਰੀ ਜਾਂਦੇ, ਚਿੰਤਾ ਤਾਂ ਉਹ ਕਰੇ ਜਿਹਨੇ ਤੈਨੂੰ ਪੈਦਾ ਕੀਤਾ ਹੋਇਆ ਹੈ। ਤੇ ਉਹ ਪਰਮਾਤਮਾ ਇਹੋ ਜਿਹਾ ਹੈ ਕਿ ਜਿਹਨੇ ਜੀਵ ਪੈਦਾ ਕੀਤੇ ਨੇ ਉਹਨਾਂ ਨੂੰ ਪਤਾਲਾਂ ਦੇ ਵਿੱਚ ਵੀ, ਉਹਨਾਂ ਨੂੰ ਪਾਣੀ ਦੇ ਵਿੱਚ ਵੀ, ਉਹਨਾਂ ਨੂੰ ਧਰਤੀ ਦੇ ਵਿੱਚ ਵੀ ਹਰ ਇੱਕ ਨੂੰ ਭੋਜਨ ਹੈ ਜਿਹੜਾ ਪਰਮਾਤਮਾ ਦੇ ਰਿਹਾ ਹੈ। ਮਨੁੱਖ ਤੇ ਐਵੇਂ ਹੀ ਚਿੰਤਾ ਦੇ ਵਿੱਚ ਡੁੱਬਿਆ ਹੋਇਆ ਹੈ। तो गुरु तेग बहादुर साहब जी महाराज के अनमोल बचन ने कि चिंता दो प्रकार की है, और दो प्रकार की चिंता दे विचों मन दे सोग पैदा होणगे, और मन दे उन्हां सोग दे विचों शरीर दे रोग पैदा होणगे। हुण तू की चाहुंदा है कि तेरे शरीर दे विच रोग पैदा होण, ਜਾਂ ਤੂੰ ਚਾਹੁੰਦਾ ਹੈ ਕਿ ਤੇਰੇ ਮਨ ਵਿੱਚ ਸੋਗ ਪੈਦਾ ਹੋਵੇ, ਭਾਵ ਤੂੰ ਕਿਸੇ ਦਾ ਭਲਾ ਹੀ ਨਾ ਕਰ ਸਕੇ, ਆਪ ਹੀ ਦੁਖੀ ਹੋਇਆ ਫਿਰਦਾ ਰਵੇਂ। ਜੇ ਤੂੰ ਨਹੀਂ ਚਾਹੁੰਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਇਹ ਦੋ ਪ੍ਰਕਾਰ ਦੀ ਚਿੰਤਾ ਕਰਨੀ ਛੱਡ ਦੇ। ਜੇ ਇਹ ਦੋ ਪ੍ਰਕਾਰ ਦੀ ਚਿੰਤਾ ਕਰੇਗਾ ਤੇਰੇ ਸਰੀਰ ਵਿੱਚ, ਮਨ ਵਿੱਚ ਸੋਗ ਅਤੇ ਸਰੀਰ ਵਿੱਚ ਰੋਗ ਪੈਦਾ ਹੋਣਗੇ ਹੀ ਹੋਣਗੇ। ਚਿੰਤਾ ਤਾਂ ਕੀ कीजी है, जो अनहोनी होए, एहो मार्ग संसार को, नानक थिर नहीं कोई। सारा संसार इसे ही मार्ग ते चल रहा है, पर गुरु साहब जी महाराज कहते तू संसार दे नाल नहीं चलना। संसार दे नाल चलण दे नालों बेहतर जिंदगी है कि तू अपना एक रस्ता अख्तियार कर ला, जिहड़ा रस्ता तैनूं परमात्मा दसदे ने। ते वो रस्ता किवें है, किहो जिहा है, किवें उते चलना है, ਇਹ ਤੇ ਅਸੀਂ ਅੰਮ੍ਰਿਤ ਵੇਲੇ ਜਪਜੀ ਸਾਹਿਬ ਦੇ ਵਿੱਚ ਨਿੱਤ ਹੀ ਪੜ੍ਹਦੇ ਹਾਂ, ਨਿੱਤ ਹੀ ਗੁਰੂ ਨਾਨਕ ਦੇ ਕਲਾਮ ਨੂੰ ਸੁਣਦੇ ਹਾਂ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਆਪਣਾ ਸਮਾਪਤੀ ਦਾ ਸਮਾਂ, ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਹੋਈਆਂ ਸੰਗਤਾਂ ਦਾ ਬਹੁਤ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।